अस्सलाम वालेकुम देसी क्वीन चैनल ਤੇ ਤੁਹਾਡਾ ਵੈਲਕਮ ਕੀਤਾ ਜਾਂਦਾ ਹੈ। ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਆਲੂ ਗਾਜਰਾਂ ਦੀ ਰੈਸਪੀ, ਜਿਹਦੇ ਵਿੱਚ ਮੈਂ ਅੱਧਾ ਕਿਲੋ ਆਲੂ ਲੈਣੇ ਤੇ 1.5 ਕਿਲੋ ਮੈਂ ਲਈਆਂ ਨੇ ਗਾਜਰਾਂ। ਤੇ ਇਹਨਾਂ ਨੂੰ ਮੈਂ ਵਾਸ਼ ਕਰਕੇ ਕਟਿੰਗ ਕਰਕੇ ਖੂਬਸੂਰਤ ਜੀ ਰੱਖ ਲਈਏ। ਤੇ ਇੱਥੇ ਮੈਂ ਲਿਆ ਹੈ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਬਣਾ ਕੇ ਸੈਪਰੇਟ ਰੱਖਿਆ ਹੈ। ਲਸਣ ਤੇ ਪਿਆਜ਼ ਦਾ ਮੈਂ ਸੈਪਰੇਟ ਪੇਸਟ ਬਣਾ ਕੇ ਰੱਖ ਲਿਆ ਹੈ। 3 ਮੈਂ ਇਹਦੇ ਵਿੱਚ ਪਿਆਜ਼ ਸਨ ਤੇ 2 ਲਸਣ ਦੇ ਪੀਸ ਸਨ, ਤੇ ਉਹਨਾਂ ਨੂੰ ਮੈਂ ਸਾਫ਼ ਕਰਕੇ ਗਠਲੀਆਂ ਨੂੰ ਤੇ ਇਹਨਾਂ ਨੂੰ ਕਟਿੰਗ ਕਰਕੇ ਰੱਖ ਲਿਆ। 1 ਮੈਂ ਟਮਾਟਰ ਲਿਆ ਛੋਟੇ ਸਾਈਜ਼ ਦਾ। ਇੱਥੇ ਮੈਂ ਹਾਫ ਟੇਬਲ ਸਪੂਨ ਹਲਦੀ ਲਈ ਹੈ ਤੇ ਹਾਫ ਟੇਬਲ ਸਪੂਨ ਰੈੱਡ ਮਿਰਚ ਲਈ ਹੈ ਤੇ ਹਾਫ ਟੇਬਲ ਸਪੂਨ ਮੈਂ ਨਮਕ ਲਿਆ ਹੈ। ਨਮਕ ਕਮ ਜ਼ਿਆਦਾ ਤੁਸੀਂ ਕਰ ਲਿਆ ਜੇ। ਇੱਥੇ ਮੈਂ ਇੱਕ ਪੈਨ ਲਿਆ, ਪੈਨ ਮੈਂ ਗਰਮ ਕਰ ਲਿਆ ਹੈ ਤੇ ਉਹਦੇ ਵਿੱਚ ਮੈਂ ਘੀ ਐਡ ਕਰ ਰਹੀ ਹਾਂ। ਘੀ ਨੂੰ ਗਰਮ ਹੁੰਦਾਂਗੇ ਥੋੜ੍ਹਾ ਜਿਹਾ, ਜਿੰਨੀ ਦੇਰ ਤੱਕ ਘੀ ਗਰਮ ਹੁੰਦਾ ਹੈ ਤੇ ਉਨੀ ਦੇਰ ਤੱਕ ਅਸੀਂ ਇਹਦਾ ਮਸਾਲਾ ਫੜਨੇ ਆ। ਇੱਥੇ ਅਸੀਂ ਪਿਆਜ਼ ਤੇ ਲਸਣ ਦਾ ਅਸੀਂ ਪੇਸਟ ਮਿਕਸ ਕਰਕੇ ਜਿਹੜਾ ਰੱਖਿਆ ਉਸੇ ਵਿੱਚ ਸੁੱਟਣਾ ਹੈ ਤੇ ਹਲਕਾ ਹਲਕਾ ਇਹਨੂੰ ਫਰਾਈ ਕਰਨਾ ਹੈ ਮੀਡੀਅਮ ਫਲੇਮ 'ਤੇ। ਹਾਈ ਫਲੇਮ 'ਤੇ ਨਹੀਂ ਇਹਨੂੰ ਫਰਾਈ ਕਰਨਾ, ਤੁਸੀਂ ਮੀਡੀਅਮ 'ਤੇ ਕਰਨਾ ਹੈ। ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਆਲ ਨੋਟੀਫਿਕੇਸ਼ਨ ਨੂੰ ਆਨ ਕਰਿਆ ਜੇ ਤੇ ਕਿਊਟ ਜਿਹਾ ਕਮੈਂਟ ਕਰਿਆ ਜੇ, ਤੇ ਮੈਨੂੰ ਪਤਾ ਚੱਲੇ ਤੁਹਾਨੂੰ ਮੇਰੀ ਰੈਸਪੀ ਪਸੰਦ ਆ ਰਹੀ ਹੈ ਦੇਸੀ ਟੈਕਨੀਕ ਨਾਲ। ਤੇ ਫਿਰ ਮੈਂ ਤੁਹਾਡੇ ਲਈ ਇਸ ਤੋਂ ਵੀ ਵਧੀਆ ਵੀਡੀਓ ਬਣਾ ਕੇ ਲੈ ਕੇ ਆਵਾਂਗੀ। ਮਸਾਲਾ ਤੁਸੀਂ ਲਾਈਟ ਬਰਾਊਨ ਹੋਣ ਤੱਕ ਫਰਾਈ ਕਰਨਾ ਹੈ, ਬਹੁਤ ਜ਼ਿਆਦਾ ਡਾਰਕ ਬਰਾਊਨ ਨਹੀਂ ਕਰਨਾ ਕਿਉਂਕਿ ਇਹਦਾ ਟੇਸਟ ਚੰਗਾ ਨਹੀਂ ਲੱਗਦਾ ਹੈਗਾ। ਵੇਖੋ ਲਾਈਟ ਬਰਾਊਨ ਹੋ ਚੁੱਕਿਆ ਹੈ ਮਸਾਲਾ ਸਾਡਾ। ਤੇ ਹੁਣ ਅਸੀਂ ਹਰੀਆਂ ਮਿਰਚਾਂ ਤੇ ਅਦਰਕ ਦਾ ਜਿਹੜਾ ਪੇਸਟ ਬਣਾ ਕੇ ਰੱਖਿਆ ਸੀ ਉਹ ਵਿੱਚ ਸੁੱਟਾਂਗੇ ਤੇ ਇਹਨੂੰ ਵੀ ਥੋੜ੍ਹਾ ਜਿਹਾ ਫਰਾਈ ਕਰਾਂਗੇ। ਬਹੁਤ ਜ਼ਿਆਦਾ ਤੁਸੀਂ ਇਹਨੂੰ ਫਰਾਈ ਨਹੀਂ ਕਰਨਾ, ਮਿਰਚਾਂ ਨੂੰ ਤੇ ਅਦਰਕ ਨੂੰ ਥੋੜ੍ਹਾ ਜਿਹਾ ਬਸ ਫਰਾਈ ਕਰਨਾ ਵੇ, ਥੋੜ੍ਹਾ ਇਹਦਾ ਪਾਣੀ ਖੁਸ਼ਕ ਹੋ ਜੇ। ਹੁਣ ਅਸੀਂ ਜਿਹੜੇ ਮਸਾਲੇ ਰੱਖੇ ਸਨ, ਮਿਰਚਾਂ ਤੇ ਹਲਦੀ ਤੇ ਨਮਕ, ਜਿਹੜਾ ਅਸੀਂ ਇਹਦੇ ਵਿੱਚ ਮਿਕਸ ਕੀਤਾ ਹੈ, ਇਹਨੂੰ ਥੋੜ੍ਹਾ ਜਿਹਾ ਅਸੀਂ ਫਰਾਈ ਕਰਾਂਗੇ। ਥੋੜ੍ਹਾ ਫਰਾਈ ਹੋਣ ਤੱਕ ਫਿਰ ਅਸੀਂ ਇਹਦੇ 'ਚ ਟਮਾਟਰ ਸੁੱਟਾਂਗੇ। ਨਾਲ ਨਾਲ ਤੁਸੀਂ ਥੋੜ੍ਹਾ ਥੋੜ੍ਹਾ ਪਾਣੀ ਦਾ ਛਿੱਟਾ ਲਾ ਸਕਦੇ ਹੋ। ਮੈਂ ਥੋੜ੍ਹਾ ਜਿਹਾ ਪਾਣੀ ਐਡ ਕੀਤਾ ਹੈ ਤੇ ਕਰਕੇ ਇਹਨੂੰ ਥੋੜ੍ਹਾ ਜਿਹਾ ਅਸੀਂ ਫਰਾਈ ਕਰਾਂਗੇ ਤਾਂ ਕਿ ਮਸਾਲਾ ਸਾਡਾ ਚੰਗੀ ਤਰ੍ਹਾਂ ਗਲ ਜਾਵੇ। ਢੱਕਣ ਲਾ ਕੇ ਤੇ 5 ਮਿੰਟ ਬਾਅਦ ਅਸੀਂ ਇਹਨੂੰ ਉਤਾਰਾਂਗੇ। ਮਸਾਲਾ ਸਾਡਾ ਗਲ ਚੁੱਕਿਆ ਹੈ, ਵੇਖੋ ਕਿੰਨਾ ਸੋਹਣਾ। ਤੇ ਹੁਣ ਅਸੀਂ ਇਹਦੀ ਥੋੜ੍ਹੀ ਜਿਹੀ ਬੁਣਾਈ ਕਰਾਂਗੇ ਤੇ ਕਰਕੇ ਫਿਰ ਅਸੀਂ ਇਹਦੇ ਵਿੱਚ ਸਬਜ਼ੀ ਐਡ ਕਰਾਂਗੇ। ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਤੇ ਲਾਈਕ ਫਟਾਫਟ ਕਰ ਦੇਵੋ, ਇਹ ਤੁਹਾਡਾ ਪਿਆਰ ਹੈ ਮੇਰੇ ਲਈ। ਸਬਜ਼ੀ ਤੁਸੀਂ ਥੋੜ੍ਹੀ ਥੋੜ੍ਹੀ ਇਹਦੇ ਅੰਦਰ ਐਡ ਕਰਨੀ ਹੈ ਤੇ ਇਹਨੂੰ ਮਿਕਸ ਕਰਨਾ ਹੈ। ਸਾਰੀ ਇੱਕੋ ਵਾਰੀ ਨਹੀਂ ਪਾਣੀ, ਥੋੜ੍ਹੀ ਥੋੜ੍ਹੀ ਕਰਕੇ ਪਾਇਆ ਜੇ ਤਾਂ ਕਿ ਮਸਾਲਾ ਸਾਰੀ ਸਬਜ਼ੀ ਨੂੰ ਲੱਗ ਜਾਏ। ਇੱਥੇ ਤੁਸੀਂ ਇਹਦੀ ਜਿਹੜੀ ਭੁਨਾਈ ਕਰਨੀ ਹੈ ਚੰਗੀ ਤਰ੍ਹਾਂ ਕਰਨੀ ਹੈ ਤਾਂ ਕਿ ਮਸਾਲੇ ਆ ਜਿਹੜਾ ਵੇ ਗਾਜਰਾਂ ਤੇ ਆਲੂ ਦੇ ਵਿੱਚ ਰਚ ਜਾਵੇ। ਫਿਰ ਤੁਹਾਡੀਆਂ ਗਾਜਰਾਂ ਮਿੱਠੀਆਂ ਨਹੀਂ ਬਣਨਗੀਆਂ, ਬਹੁਤ ਹੀ ਖੂਬਸੂਰਤ ਜਿਹੀਆਂ ਬਣਨਗੀਆਂ। ਤੁਸੀਂ ਚਾਹੋ ਤਾਂ ਇੱਥੇ ਮੇਥੀ ਵੀ ਪਹਿਲਾਂ ਭੁੰਨ ਸਕਦੇ ਸੋ, ਮੈਂ ਮੇਥੀ ਨਹੀਂ ਪਾਈ ਕਿਉਂਕਿ ਸਾਡੇ ਇੱਕ ਖਸੂਸੀ ਮਹਿਮਾਨ ਸਨ, ਉਹਨਾਂ ਨੂੰ ਇੰਝ ਦੀ ਪਸੰਦ ਸੀ ਤੇ ਅੱਜ ਮੈਂ ਉਹਨਾਂ ਲਈ ਆਲੂ ਗਾਜਰਾਂ ਦਾ ਸਾਲਨ ਬਣਾਇਆ ਹੈ। ਮੈਨੂੰ 10 ਮਿੰਟ ਹੋ ਗਏ ਨੇ ਇਹਦੀ ਭੁਨਾਈ ਕਰਦਿਆਂ ਗਾਜਰ ਤੇ ਆਲੂ ਦੀ। ਤੇ ਹੁਣ ਅਸੀਂ ਇਹਨੂੰ ਕਵਰ ਕਰਾਂਗੇ ਢੱਕਣ ਲਾ ਕੇ 10 ਮਿੰਟ ਤੱਕ, ਥੋੜ੍ਹਾ ਜਿਹਾ ਪਾਣੀ ਲਾ ਕੇ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਕਿ ਆਸਾਨ ਜੀ ਟੈਕਨੀਕ ਨਾਲ ਤੁਹਾਨੂੰ ਸਮਝਾ ਸਕਾਂ ਆਲੂ ਗਾਜਰਾਂ ਬਣਾਉਣ ਦਾ ਤਰੀਕਾ। ਤੇ ਬਹੁਤ ਹੀ ਟੇਸਟੀ ਬਣੀਆਂ ਸਨ ਇਹ ਗਾਜਰਾਂ, ਜਿਹਨੇ ਖਾਧੀਆਂ ਸਨ ਬਹੁਤ ਤਾਰੀਫ ਕੀਤੀ ਸੀ। ਇੱਥੇ ਗਾਜਰਾਂ ਸਾਡੀਆਂ ਗਲ ਚੁੱਕੀਆਂ ਨੇ ਤੇ ਥੋੜ੍ਹਾ ਜਿਹਾ ਪਾਣੀ ਹੈ। ਹੁਣ ਤੁਸੀਂ ਹਾਈ ਫਲੇਮ ਕਰਕੇ ਤੇ ਇਹਦਾ ਪਾਣੀ ਖੁਸ਼ਕ ਕਰ ਲਿਆ ਜੇ। ਇਸ ਜਗ੍ਹਾ 'ਤੇ ਆ ਕੇ ਅਗਰ ਤੁਹਾਨੂੰ ਲੱਗੇ ਕਿ ਬਈ ਸਾਡੀ ਨਮਕ ਮਿਰਚ ਕਮ ਹੈ ਜਾਂ ਤੁਸੀਂ ਜ਼ਿਆਦਾ ਖਾਣਾ ਚਾਹ ਰਹੇ ਹੋ ਤਾਂ ਤੁਸੀਂ ਮਸਾਲਾ ਐਡ ਕਰ ਸਕਦੇ ਹੋ। ਬਹੁਤ ਹੀ ਪਿਆਰੀ ਖੁਸ਼ਬੂ ਆਉਂਦੀ ਹੈ ਉਹਦੀ। ਆਲੂ ਗਾਜਰਾਂ ਦੀ ਸਾਡੀ ਭੁਨਾਈ ਬੜੀ ਚੰਗੀ ਤਰ੍ਹਾਂ ਹੋ ਚੁੱਕੀ ਹੈ, ਵੇਖੋ ਘੀ ਨਿਕਲਦਾ ਪਿਆ ਹੈ ਤੇ ਬਹੁਤ ਹੀ ਖੂਬਸੂਰਤ ਜਿਹਾ ਆਲੂ ਗਾਜਰਾਂ ਦਾ ਕਲਰ ਆਇਆ ਸੀ। ਦਿਲ ਖੁਸ਼ ਹੋਣ ਡਿਆ ਸੀ ਵੇਖ ਕੇ। ਤੇ ਗਰਮ ਗਰਮ ਰੋਟੀਆਂ ਨਾਲ ਉਹ ਕਿਆ ਮਜ਼ਾ ਸੀ, ਇਹਦਾ ਨਾਲ ਰਾਇਤਾ ਬਣਾਇਆ ਸੀ। ਤੁਸੀਂ ਵੀ ਟਰਾਈ ਕਰਿਆ ਜੇ ਤੇ ਮੈਨੂੰ ਕਮੈਂਟ 'ਚ ਦੱਸਿਆ ਜੇ ਕਿ ਤੁਸੀਂ ਇਹ ਮੇਰੀ ਤਰੀਕੇ ਨਾਲ ਆਲੂ ਗਾਜਰਾਂ ਬਣਾਈਆਂ ਸਨ ਤੇ ਕੈਸੀਆਂ ਲੱਗੀਆਂ ਸਨ। ਤਾਰੀਫ ਅਗਰ ਘਰ ਦੇ ਤਾਰੀਫ ਕਰਨ ਤੇ ਤਾਂ ਵੀ ਕਮੈਂਟ 'ਚ ਮੈਨੂੰ ਜ਼ਰੂਰ ਦੱਸਣਾ, ਅਗਰ ਨਾ ਕਰਨ ਤੇ ਫਿਰ ਵੀ ਦੱਸਣਾ ਵੇ ਕਿਉਂਕਿ ਇਹਨਾਂ ਕੋਲ ਤਾਰੀਫ ਅਸਾਂ ਕਰਵਾ ਕੇ ਛੱਡਣੀ ਹੈ। ਇਸ ਵਕਤ ਸਾਡੇ ਘਰ ਤੇ ਬਹੁਤ ਹੀ ਪਿਆਰੀ ਖੁਸ਼ਬੂ ਸੀ ਆਲੂ ਗਾਜਰਾਂ ਦੀ ਤੇ ਸਾਰੇ ਕਰਦੇ ਪਏ ਸਨ ਵਾਹ ਵਾਹ ਜਲਦੀ ਜਲਦੀ ਬਣਾ ਲਵੋ। ਤੇ ਗਰਮ ਗਰਮ ਚਪਾਤੀਆਂ ਦੇ ਨਾਲ ਆਹ ਕਿਆ ਮਜ਼ਾ ਸੀ ਆਲੂ ਗਾਜਰਾਂ ਦਾ।
ਸਬਜ਼ ਧਨੀਆ ਮੈਂ ਧੋ ਕੇ ਵਾਸ਼ ਕਰਕੇ ਰੱਖਿਆ ਸੀ ਅਤੇ ਉਹ ਮੈਂ ਇਹਦੇ ਵਿੱਚ ਐਡ ਕਰਾਂਗੀ ਅਤੇ 2-3 ਮਿੰਟ ਅਸੀਂ ਇਹਦੀ ਭੁਨਾਈ ਕਰਾਂਗੇ। 3 ਮਿੰਟ ਲਈ ਤੁਸੀਂ ਇਹਦੇ ਉੱਤੇ ਢੱਕਣ ਲਾ ਸਕਦੇ ਹੋ। ਲਾ ਕੇ ਅਤੇ ਬਾਅਦ 'ਚੋਂ ਢੱਕਣ ਉਤਾਰਿਆ ਜੇ, ਅਤੇ ਕਿਆ ਖੁਸ਼ਬੂ ਆਏਗੀ, ਪੂਰਾ ਘਰ ਮਹਿਕੇਗਾ। ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ, ਇੱਕ ਲਾਈਕ ਕਰਿਆ ਜੇ, ਅਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ। ਉਨੀ ਦੇਰ ਆਪਣਾ ਖਿਆਲ ਰੱਖਿਆ ਜੇ। ਅੱਲਾ ਹਾਫਿਜ਼। Goodbye.